ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਅੱਜ ਆਪਾਂ ਕਰਾਂਗੇ ਬਰੂਨਰਸ ਕੰਸਟਰਕਟਿਵਿਜ਼ਮ ਥਿਊਰੀ। ਬਰੂਨਰ ਕੰਸਟਰਕਟਿਵਿਜ਼ਮ ਥਿਊਰੀ ਜਿਹੜੀ ਸੀ ਅਮਰੀਕਨ ਸਾਈਕੋਲੋਜਿਸਟ ਜਿਓਰੋਮ ਬਰੂਨਰ ਦੁਆਰਾ ਦਿੱਤੀ ਗਈ ਸੀ। ਸੋ ਇਹ ਜਿਹੜੇ ਮੇਨ ਜਿਓਰੋਮ ਬਰੂਨਰ ਨੇ ਆਪਣੀ ਕੰਸਟਰਕਟਿਵਿਜ਼ਮ ਥਿਊਰੀ ਵਿੱਚ ਮੇਨ ਗੱਲ ਕਰਦੇ ਨੇ ਮੋਡਸ ਆਫ ਰੀਪ੍ਰੈਜ਼ੈਂਟੇਸ਼ਨ ਦੀ। ਸੋ ਮੋਡਸ ਆਫ ਰੀਪ੍ਰੈਜ਼ੈਂਟੇਸ਼ਨ ਕੀ ਹੁੰਦਾ? ਪਹਿਲਾਂ ਆਪਾਂ ਸਿੰਪਲੀ ਮੀਨਿੰਗ ਸਮਝ ਲਈਏ। ਰੀਪ੍ਰੈਜ਼ੈਂਟੇਸ਼ਨ ਦਾ ਮੀਨਿੰਗ ਆਪਾਂ ਕੀ ਸਮਝਦੇ ਹਾਂ? ਰੀਪ੍ਰੈਜ਼ੈਂਟੇਸ਼ਨ ਮਤਲਬ ਕਿਸੇ ਚੀਜ਼ ਨੂੰ ਰੀਪ੍ਰੈਜ਼ੈਂਟ ਕਰਨਾ, ਮੀਨਸ ਦ ਐਕਟ ਆਫ ਪ੍ਰੈਜ਼ੈਂਟਿੰਗ ਸਮਬੋਡੀ ਸਮਥਿੰਗ ਇਨ ਅ ਪਰਟੀਕੂਲਰ ਵੇ। ਮਤਲਬ ਕਿ ਕਿਸੇ ਚੀਜ਼ ਨੂੰ ਇੱਕ ਪਰਟੀਕੂਲਰ ਵੇ ਵਿੱਚ ਪ੍ਰੈਜ਼ੈਂਟ ਕਰਨਾ, ਉਹਨੂੰ ਆਪਾਂ ਬੋਲਦੇ ਆ ਰੀਪ੍ਰੈਜ਼ੈਂਟੇਸ਼ਨ। ਸੋ ਮੋਡਸ ਆਫ ਰੀਪ੍ਰੈਜ਼ੈਂਟੇਸ਼ਨ ਦਾ ਕੀ ਮਤਲਬ ਹੁੰਦਾ? ਆਪਾਂ ਬੋਲ ਸਕਦੇ ਹਾਂ ਵੇਜ਼ ਆਫ ਥਿੰਕਿੰਗ, ਵੇਜ਼ ਆਫ ਨੋਇੰਗ ਐਂਡ ਅੰਡਰਸਟੈਂਡਿੰਗ, ਮਤਲਬ ਸਾਡੀ ਥਿੰਕਿੰਗ ਦਾ ਵੇ ਐਂਡ ਸਾਡੀ ਨੌਲੇਜ ਦਾ ਅੰਡਰਸਟੈਂਡਿੰਗ ਦਾ ਵੇ। ਸਿੰਪਲੀ ਅਗਰ ਆਪਾਂ ਇਹਨੂੰ ਇੱਕ ਲਾਈਨ ਵਿੱਚ ਡਿਸਕ੍ਰਾਈਬ ਕਰਨਾ ਹੋਏ ਤਾਂ ਆਪਾਂ ਕਹਿ ਸਕਦੇ ਹਾਂ ਦਾ ਵੇਜ਼ ਬਾਈ ਵਿਚ ਇੰਡੀਵਿਜੂਅਲ ਔਰ ਲਰਨਰ ਰੀਪ੍ਰੈਜ਼ੈਂਟ ਐਂਡ ਔਰਗਨਾਈਜ਼ ਦੀ ਨੌਲੇਜ। ਉਹ ਵੇ ਜਿਹਦੇ ਨਾਲ ਕਿ ਇੱਕ ਇੰਡੀਵਿਜੂਅਲ ਜਿਹੜਾ ਵਾ ਆਪਣੀ ਨੌਲੇਜ ਨੂੰ ਕੀ ਆ ਔਰਗਨਾਈਜ਼ ਕਰੇ ਤੇ ਰੀਪ੍ਰੈਜ਼ੈਂਟ ਕਰੇ। ਸੋ ਜਿਹੜੇ ਬਰੂਨਰ ਨੇ ਉਹ ਆਪਣੀ ਮੋਡਸ ਆਫ ਰੀਪ੍ਰੈਜ਼ੈਂਟੇਸ਼ਨ ਵਿੱਚ 3 ਮੋਡਸ ਦੀ ਮੇਨ ਗੱਲ ਕਰਦੇ, 3 ਮੋਡਸ। ਸੋ ਇਹ ਗੱਲ ਕਰਦੇ ਨੇ 3 ਮੋਡਸ ਆਫ ਰੀਪ੍ਰੈਜ਼ੈਂਟੇਸ਼ਨ ਦੀ, ਜਿਹਦੇ ਵਿੱਚ ਫਸਟ ਮੋਡ ਕੀ ਇਨਐਕਟਿਵ ਮੋਡ ਐਂਡ ਸੈਕਿੰਡ ਵਨ ਇਜ਼ ਆਈਕੋਨਿਕ ਮੋਡ ਐਂਡ ਥਰਡ ਵਨ ਇਜ਼ ਸਿੰਬੋਲਿਕ। ਅਗਰ ਆਪਾਂ ਬਰੀਫਲੀ ਗੱਲ ਕਰਨੀ ਹੋਏ ਤਾਂ ਜਿਹੜਾ ਗੱਲ ਕਰ ਲਈ ਇਨਐਕਟਿਵ ਮੋਡ ਜਿਹੜਾ ਰਿਲੇਟਡ ਹੁੰਦਾ ਐਕਸ਼ਨ ਦੇ, ਆਈਕੋਨਿਕ ਮਤਲਬ ਇਮੇਜਸ ਦੇ ਐਂਡ ਸਿੰਬੋਲਿਕ ਮਤਲਬ ਸਾਈਨਸ ਜਾਂ ਲੈਂਗੁਏਜ ਦੇ ਰਿਲੇਟਡ। ਸੋ ਬਰੂਨਰ ਕੀ ਕਹਿੰਦੇ ਨੇ ਕਿ ਲਰਨਿੰਗ ਅਕਰਸ ਬਾਈ ਗੋਇੰਗ ਥਰੂ ਥੀਸ 3 ਮੋਡਸ ਆਫ ਰੀਪ੍ਰੈਜ਼ੈਂਟੇਸ਼ਨ। ਬਰੂਨਰ ਕਹਿੰਦੇ ਨੇ ਕਿ ਲਰਨਿੰਗ ਇੱਕ ਇੰਡੀਵਿਜੂਅਲ ਦੀ ਉਦੋਂ ਹੀ, ਇੱਕ ਲਰਨਰ ਦੀ ਲਰਨਿੰਗ ਉਦੋਂ ਹੀ ਹੋ ਪਾਉਂਦੀ ਆ ਜਦੋਂ ਕਿ ਉਹ 3 ਇਹ ਵਾਲੇ ਮੋਡਸ ਦੇ ਥਰੂ ਜਾਂਦਾ ਵਾ, ਤਾਂ ਉਹਦੇ ਉਸੇ ਟਾਈਮ ਤੇ ਉਹ ਲਰਨਿੰਗ ਆਪਣੀ ਜਾਂ ਆਪਣੀ ਨੌਲੇਜ ਜਿਹੜੀ ਆ ਕੰਸਟਰਕਟ ਕਰਦਾ ਵਾ। ਸੋ ਅਗਰ ਆਪਾਂ ਡਿਟੇਲ ਵਿੱਚ ਪੜ੍ਹਨਾ ਹੋਵੇ ਤਿੰਨੇ ਮੋਡਸ ਨੂੰ, ਸਭ ਤੋਂ ਪਹਿਲਾਂ ਆ ਗਿਆ ਇਨਐਕਟਿਵ ਮੋਡ। ਇਨਐਕਟਿਵ ਮੋਡ ਦੀ ਪਹਿਲਾਂ ਗੱਲ ਕਰ ਲਈ ਏਜ ਲਿਮਿਟ ਦੀ, ਬਰਥ ਟੂ 2 ਈਅਰਸ, ਜਨਮ ਤੋਂ ਲੈ ਕੇ 2 ਈਅਰਸ ਤੱਕ ਜਿਹੜਾ ਬੱਚਾ ਵਾ ਉਹਦੇ ਆਪਾਂ ਗੱਲ ਕਰਦੇ ਹਾਂ ਇਨਐਕਟਿਵ ਮੋਡ ਦੀ। ਇਟ ਇਜ਼ ਰੀਪ੍ਰੈਜ਼ੈਂਟੇਸ਼ਨ ਬਾਈ ਡੂਇੰਗ, ਹੈਂਸ ਇਟ ਇਜ਼ ਐਕਸ਼ਨ ਬੇਸਡ ਮੋਡ, ਕਿ ਇਹ ਜਿਹੜਾ ਵਾ ਐਕਸ਼ਨ ਬੇਸਡ ਮੋਡ ਆ। ਜਿਹੜਾ ਇਨਐਕਟਿਵ ਮੋਡ ਆ ਪਿਆਜੇ ਦੀ ਸੈਂਸਰੀ ਮੋਟਰ ਸਟੇਜ ਦੇ ਸਿਮਿਲਰ ਆ। ਪਿਆਜੇ ਆਪਣੀ ਸੈਂਸਰੀ ਮੋਟਰ ਸਟੇਜ ਵਿੱਚ ਵੀ ਸਿਮਿਲਰ ਗੱਲ ਕਰਦੇ ਆ ਕਿ ਜਦੋਂ 2 ਸਾਲ ਤੋਂ ਛੋਟਾ ਬੱਚਾ ਵਾ ਉਹ ਆਪਣੇ ਐਕਸ਼ਨਸ ਦੇ ਥਰੂ ਕਿਸੇ ਚੀਜ਼ ਨੂੰ ਟੱਚ ਕਰਕੇ ਮੈਨੂਪੂਲੇਟ ਕਰਕੇ ਉਹਦੇ ਬਾਰੇ ਆਪਣੀ ਨੌਲੇਜ ਕੰਸਟਰਕਟ ਕਰਦਾ। ਸੋ ਬਰੂਨਰ ਵੀ ਇਨਐਕਟਿਵ ਮੋਡ ਵਿੱਚ ਇਹੀ ਸੇਮ ਗੱਲ ਕਰਦੇ ਨੇ ਕਿ ਜਿਹੜਾ 2 ਸਾਲ ਤੋਂ ਘੱਟ ਏਜ ਦਾ ਬੱਚਾ ਹੁੰਦਾ ਵਾ ਉਹ ਆਪਣੀ ਜਿਹੜੀ ਲਰਨਿੰਗ ਆ ਆਪਣੀ ਕਿੱਥੋਂ ਸਟਾਰਟ ਕਰਦਾ? ਐਕਸ਼ਨਸ ਦੇ ਥਰੂ, ਮਤਲਬ ਟੱਚ ਕਰਕੇ, ਫੀਲ ਕਰਕੇ ਜਾਂ ਮੈਨੂਪੂਲੇਟ ਕਰਕੇ। ਸੋ ਅਗਰ ਆਪਾਂ ਐਗਜ਼ਾਮਪਲ ਦੀ ਗੱਲ ਕਰ ਲਈਏ, ਕਹਿੰਦੇ ਆ ਬੇਬੀ ਬਿਫੋਰ 2 ਈਅਰਸ ਡੂ ਐਕਸ਼ਨਸ ਮੂਵ ਮੈਨੂਪੂਲੇਟ ਡੂ ਪੁੱਟ ਇਨ ਮਾਊਥ ਵਿਦ ਟੋਏ ਰੈਟਲ ਬਾਲ ਡੋਲ ਐਕਸੈਟਰਾ। ਉਹੀ ਗੱਲ ਕਰਦੇ ਵੀ ਕਿ 2 ਸਾਲ ਤੋਂ ਪਹਿਲਾਂ ਇੱਕ ਬੇਬੀ ਜਿਹੜਾ ਵਾ ਉਹ ਆਪਣੀ ਲਰਨਿੰਗ ਜਾਂ ਆਪਣੀ ਨੌਲੇਜ ਕਿਵੇਂ ਕੰਸਟਰਕਟ ਕਰੇਗਾ? ਥਰੂ ਐਕਸ਼ਨਸ ਦੇ, ਮੂਵ ਕਰੇਗਾ, ਮੈਨੂਪੂਲੇਟ ਕਰੇਗਾ, ਕਿਸੇ ਚੀਜ਼ ਨੂੰ ਮਾਊਥ ਵਿੱਚ ਪਾਏਗਾ ਜਾਂ ਟੋਏ ਜਾਂ ਰੈਟਲ ਬਾਲ ਐਕਸੈਟਰਾ ਕਿਸੇ ਵੀ ਚੀਜ਼ ਨੂੰ, ਤੇ ਉਹਦੇ ਬਾਰੇ ਇਹਦੇ ਥਰੂ ਉਹ ਆਪਣੀ ਨੌਲੇਜ ਕੰਸਟਰਕਟ ਕਰੇਗਾ। ਅੱਗੇ ਕਹਿੰਦੇ ਹੀ ਨਾਈਦਰ ਮੇਕਸ ਐਨੀ ਇਮੇਜ ਆਫ ਆਬਜੈਕਟ ਇਨ ਮਾਈਂਡ ਨੋਟ ਰਿਟੇਨ ਆਈਡੀਆ ਅਬਾਊਟ ਟੋਏ। ਇਸ ਏਜ ਵਿੱਚ ਜਿਹੜੀ ਬੱਚੇ ਦੇ ਮਾਈਂਡ ਵਿੱਚ ਕੋਈ ਵੀ ਇਮੇਜ ਨਹੀਂ ਹੈਗੀ, ਨਾ ਹੀ ਕੋਈ ਸਿੰਬਲ ਆ, ਨਾ ਹੀ ਕੋਈ ਆਈਡੀਆ ਉਹਦੇ ਬਾਰੇ। ਉਹ ਸਿਰਫ ਐਕਸਟਰਨਲੀ ਉਸ ਚੀਜ਼ ਨੂੰ ਮੈਨੂਪੂਲੇਟ ਕਰ ਰਿਹਾ ਤੇ ਉਹਦੇ ਬਾਰੇ ਆਪਣੀ ਨੌਲੇਜ ਕੰਸਟਰਕਟ ਕਰਦਾ। ਸੋ ਇੱਦਾਂ ਹੀ ਜਦੋਂ ਆਪਣੀ ਐਕਸਟਰਨਲ ਐਕਸ਼ਨ ਕਰਦਾ ਵਾ ਤੇ ਉਹ ਆਪਣੀ ਕਾਫੀ ਨੌਲੇਜ ਕੰਸਟਰਕਟ ਕਰ ਲੈਂਦਾ। ਜਿਵੇਂ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਬਾਲ ਇਜ਼ ਟੂ ਪਲੇ, ਕਿ ਉਹ ਬਾਲ ਨਾਲ ਹਮੇਸ਼ਾ ਖੇਡੇਗਾ। ਆ ਬੁੱਕ ਇਜ਼ ਨੋਟ ਟੂ ਈਟ, ਉਹ ਬੁੱਕ ਨੂੰ ਨਹੀਂ ਖਾਏਗਾ ਕਿਉਂਕਿ ਪਹਿਲਾਂ ਉਹਨੂੰ ਹੋ ਸਕਦਾ ਮਾਊਥ ਵਿੱਚ ਪਾ ਕੇ ਤੇ ਉਹਨੂੰ ਉਹਦੇ ਬਾਰੇ ਆਪਣੀ ਨੌਲੇਜ ਕੰਸਟਰਕਟ ਕਰ ਰਿਹਾ ਹੋਵੇ, ਬਟ ਬਾਅਦ ਵਿੱਚ ਉਹ ਆਪਣੀ ਇੱਕ ਉਹਦੇ ਬਾਰੇ ਇੱਕ ਬਣਾ ਲਏਗਾ ਕਿ ਹਾਂ ਇਹ ਬੁੱਕ ਖਾਣ ਵਾਸਤੇ ਨਹੀਂ ਹੁੰਦੀ। ਰੈਟਲ ਇਜ਼ ਟੂ ਸ਼ੇਕ ਟੂ ਮੇਕ ਨੋਇਜ਼, ਰੈਟਲ ਨੂੰ ਹੁਣ ਜਦੋਂ ਵੀ ਉਹ ਸ਼ੇਕ ਕਰੇਗਾ ਤੇ ਉਹਦੇ ਨਾਲ ਉਹ ਨੋਇਜ਼ ਕਰੇਗਾ। ਫੋਨ ਇਜ਼ ਟੂ ਟਾਕ, ਤੁਸੀਂ ਦੇਖਿਆ ਹੋਣਾ ਕਿ 2 ਸਾਲ ਤੋਂ ਵੀ ਛੋਟਾ ਬੱਚਾ ਜਿਹੜਾ ਉਹ ਵੀ ਅਗਰ ਜਦੋਂ ਫੋਨ ਫੜੇਗਾ ਤਾਂ ਉਹ ਵੱਡਿਆਂ ਦੀ ਇੱਕ ਸਭ ਦੀ ਨਕਲ ਕਰਕੇ
ਆਪਣੇ ਪੇਰੈਂਟਸ ਦੀ ਜਾਂ ਹੋਰ ਕਿਸੇ ਆਪਣੀ ਸੁਸਾਇਟੀ ਦੇ ਕਿਸੇ ਮੈਂਬਰ ਦੀ ਨਕਲ ਕਰਕੇ ਉਹ ਫੋਨ ਨੂੰ ਜਿਹੜਾ ਵਾ ਹਮੇਸ਼ਾ ਆਪਣੇ ਕੰਨ ਨਾਲ ਲਗਾਏਗਾ। ਸੋ ਕੀ ਹੈ ਕਿ ਉਹ ਇੰਨਾ ਜਾਣ ਚੁੱਕਾ ਹੁੰਦਾ ਹੈ ਕਿ ਫੋਨ ਜਿਹੜਾ ਟਾਕ ਵਾਸਤੇ ਹੁੰਦਾ। ਸੋ ਇਸ ਸਟੇਜ ਵਿੱਚ ਅਗਰ ਆਪਾਂ ਸਮਝ ਲਈਏ ਤਾਂ ਇਹਦੇ ਵਿੱਚ ਨੋ ਆਈਡੀਆ, ਨੋ ਇਮੇਜ ਇਨ ਮਾਈਂਡ, ਮਤਲਬ ਨੋ ਮੈਂਟਲ ਰਿਪ੍ਰੈਜ਼ੈਂਟੇਸ਼ਨ ਇਸ ਏਜ ਵਿੱਚ। ਅੱਗੇ ਆ ਗਿਆ ਸੈਕਿੰਡ, ਆਈਕੋਨਿਕ ਮੋਡ। ਆਈਕੋਨ ਮੀਨਸ ਕੀ ਹੁੰਦਾ? ਆਈਕੋਨ ਨਾਮ ਤੋਂ ਅੰਡਰਸਟੂਡ ਆ, ਇਮੇਜ, ਪਿਕਚਰ, ਆਈਕੋਨ ਆਪਾਂ ਉਹਨੂੰ ਬੋਲਦੇ ਆ। ਸੋ ਕਹਿੰਦੇ ਇਟ ਇਜ਼ ਅ ਵੇ ਟੂ ਅੰਡਰਸਟੈਂਡ ਥਰੂ ਦੀ ਫੋਰਮੇਸ਼ਨ ਆਫ ਇਮੇਜਸ ਇਨ ਮਾਈਂਡ। ਹੁਣ ਅਗਰ ਇਨਐਕਟਿਵ ਮੋਡ ਦੀ ਆਪਾਂ ਗੱਲ ਕਰ ਲਈਏ ਤਾਂ ਆਊਟ ਆਫ ਮਾਈਂਡ ਸੀ, ਉਹ ਐਕਸਟਰਨਲੀ ਐਕਸ਼ਨ ਕਰ ਰਿਹਾ ਸੀ। ਬਟ ਹੁਣ ਆਈਕੋਨਿਕ ਮੋਡ ਵਿੱਚ ਆ ਕੇ ਜਿਹੜਾ ਵਾ ਲਰਨਰ ਆ ਜਾਂ ਇੰਡੀਵਿਜੂਅਲ ਜਿਹੜਾ ਵਾ ਉਹ ਆਪਣੀ ਜਿਹੜੀ ਨੌਲੇਜ ਕੰਸਟਰਕਟ ਕਰਨੀ ਸ਼ੁਰੂ ਕਰ ਦਿੰਦਾ ਵਾ ਇਨਰ ਮਾਈਂਡ। ਉਹ ਮਾਈਂਡ ਦੇ ਵਿੱਚ ਇਮੇਜਸ ਬਣਾਉਣੀਆਂ ਸ਼ੁਰੂ ਕਰ ਦਿੰਦਾ। ਇਹਦੀ ਏਜ ਲਿਮਿਟ ਹੁੰਦੀ ਆ ਆਈਕੋਨਿਕ ਮੋਡ ਦੀ 2 years ਤੋਂ ਲੈ ਕੇ 6 years ਤੱਕ। ਸੋ ਆਪਾਂ ਦੇਖਿਆ ਹੋਣਾ ਕਿ ਜਿਹੜੀ 6 years ਤੋਂ ਪਹਿਲਾਂ ਜਿਹੜਾ ਵਾ 3 ਤੋਂ 4 ਸਾਲ ਦਾ ਅਗਰ ਆਪਾਂ ਗੱਲ ਕਰੀਏ ਚਾਈਲਡ ਜਿਹੜਾ ਵਾ ਸਕੂਲ ਵਿੱਚ ਐਂਟਰ ਕਰ ਜਾਂਦਾ। ਸੋ ਅਗਰ ਆਪਾਂ ਗੱਲ ਕਰੀਏ ਪ੍ਰੀ ਨਰਸਰੀ ਜਾਂ ਨਰਸਰੀ ਦੀ ਬੁੱਕਸ ਜਿਹੜੀ ਮੇਨਲੀ ਸਟੱਡੀ ਹੁੰਦੀ ਆ, ਜਿਵੇਂ ABC ਹੋ ਗਈ, ਊੜਾ ਐੜਾ ਹੋ ਗਿਆ, ਕ ਖ ਹੋ ਗਿਆ, ਉਹਨੂੰ ਕਿੱਦਾਂ ਪੜ੍ਹਾਇਆ ਜਾਂਦਾ? ਥਰੂ ਇਮੇਜਸ। ਅਗਰ A ਫॉर ਐਪਲ ਹੁੰਦਾ ਤਾਂ ਕਾਫੀ ਇੱਕ ਵੱਡੀ ਐਪਲ ਦੀ ਇਮੇਜ ਬਣੀ ਹੁੰਦੀ ਹੈ, ਕਿਉਂਕਿ ਉਹ ਉਸ ਟਾਈਮ ਤੇ ਇਮੇਜਸ ਆਪਣੇ ਮਾਈਂਡ ਵਿੱਚ ਸਟੋਰ ਕਰ ਪਾਉਂਦਾ, ਨੋਟ ਸਿੰਬਲ ਜਾਂ ਲੈਂਗੁਏਜ। ਉਸ ਟਾਈਮ ਤੇ ਅਜੇ ਉਹਦਾ ਲੈਂਗੁਏਜ ਜਿਹੜਾ ਮੋਡ ਆ ਉਹ ਨਹੀਂ ਡਿਵੈਲਪ ਹੋਇਆ ਹੁੰਦਾ। ਸੋ ਇਮੇਜਸ ਦੇ ਥਰੂ ਪੜ੍ਹਦਾ। ਸੋ ਕਹਿੰਦੇ ਕਿ ਇਹਦੇ ਆਈਕੋਨਿਕ ਮੋਡ ਦੀ ਏਜ ਜਿਹੜੀ 2 years ਤੋਂ ਲੈ ਕੇ 6 years ਤੱਕ ਜਿਹੜਾ ਬੱਚਾ ਵਾ ਉਹ ਇਮੇਜਸ ਦੇ ਥਰੂ ਕਲੀਅਰਲੀ ਵਧੀਆ ਤਰ੍ਹਾਂ ਨੌਲੇਜ ਕੰਸਟਰਕਟ ਕਰ ਸਕਦਾ। ਉਸ ਤੋਂ ਆ ਗਿਆ ਥਰਡ ਵਨ ਇਜ਼ ਸਿੰਬੋਲਿਕ ਮੋਡ। ਸਿੰਬੋਲਿਕ ਮੋਡ ਜਿਹੜਾ ਵਾ 7 years ਤੋਂ ਲੈ ਕੇ ਅਬਵ ਦੀ ਗੱਲ ਕਰ ਲੈਂਦੇ ਆ। ਸੋ ਇਹਦੇ ਵਿੱਚ ਹੁਣ ਕੀ ਹੁੰਦਾ ਵਾ, ਹੁਣ ਉਹ ਆਪਣੀ ਲੈਂਗੁਏਜ ਉਹਦੇ ਡਿਵੈਲਪ ਹੋ ਗਈ ਹੁੰਦੀ, ਉਹ ਅਬਸਟਰੈਕਟ ਟਰਮਸ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਬੱਚਾ। ਕਹਿੰਦੇ ਇਨ ਦਿਸ ਮੋਡ ਦ ਲਰਨਰ ਹੈਜ਼ ਡਿਵੈਲਪ ਦੀ ਅਬਿਲਿਟੀ ਟੂ ਥਿੰਕ ਇਨ ਅਬਸਟਰੈਕਟ ਟਰਮਸ। 2 ਟਰਮਸ ਹੁੰਦੀਆਂ, ਇੱਕ ਅਬਸਟਰੈਕਟ ਐਂਡ ਕੰਕਰੀਟ। ਕੰਕਰੀਟ ਕੀ ਹੁੰਦੀ? ਜਿਹਨੂੰ ਆਪਾਂ ਦੇਖ ਸਕੀਏ, ਟੱਚ ਕਰ ਸਕੀਏ। ਅਬਸਟਰੈਕਟ ਹੁੰਦਾ ਜਿਹਨੂੰ ਆਪਾਂ ਦੇਖ ਨਾ ਸਕੀਏ, ਨਾ ਹੀ ਟੱਚ ਕਰ ਸਕੀਏ, ਬਸ ਫੀਲ ਕਰ ਸਕੀਏ। ਸੋ ਕੀ ਹੈ, ਹੁਣ ਉਹ ਅਬਸਟਰੈਕਟ ਟਰਮਸ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ। ਹੁਣ ਉਹਦੇ ਮਾਈਂਡ ਵਿੱਚ ਇਮੇਜ ਵੀ ਫਾਰਮ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਅਬਸਟਰੈਕਟ ਜੋ ਚੀਜ਼ ਉਹਨੂੰ ਨਹੀਂ ਦਿਖ ਰਹੀ ਉਹਦੇ ਬਾਰੇ ਵੀ ਉਹ ਆਪਣੀ ਨੌਲੇਜ ਜਿਹੜੀ ਕੰਸਟਰਕਟ ਕਰਨੀ ਸ਼ੁਰੂ ਕਰ ਦਿੰਦਾ। ਜਿਵੇਂ ਮੈਥਮੈਟਿਕਸ ਦੀ ਆਪਾਂ ਲੈ ਲਈਏ, ਪਹਿਲਾਂ ਉਹਨੂੰ ਅਗਰ ਆਪਾਂ ਲਿਖ ਕੇ ਦੇ ਦਿੰਦੇ ਕਿ ਹਾਂ 2+2, ਲਿਖ ਕੇ ਵੀ ਨਹੀਂ ਉਹਨੂੰ ਸਮਝ ਆਉਂਦੀ। ਅਗਰ ਆਪਾਂ ਕੋਈ 2 ਐਪਲਸ ਨੂੰ ਦੇ ਦਿੱਤੇ ਕਿ ਇਹ 1 and 1 ਕਿੰਨੇ ਹੋ ਗਏ, ਉਹ ਦੱਸ ਸਕਦਾ ਸੀ 2। ਬਟ ਹੁਣ ਅਗਰ ਉਹਨੂੰ ਆਪਾਂ ਕੁਐਸਚਨ ਅਗਰ ਪੁੱਟ ਕਰ ਲਈਏ, ਉਹਨੂੰ ਪੁੱਛ ਸਕਦੇ ਹਾਂ ਕਿ 2+2 ਕਿੰਨੇ ਹੁੰਦੇ। ਸੋ ਹੁਣ ਉਹ ਅਬਸਟਰੈਕਟ ਟਰਮਸ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ। ਸੋ ਉਹ ਦੱਸ ਦੇਵੇਗਾ ਕਿ 4 ਹੁੰਦੇ ਆ। ਸਿੰਪਲੀ ਇਟ ਇਜ਼ ਅ ਵੇ ਟੂ ਅੰਡਰਸਟੈਂਡ ਥਰੂ ਵਰਡਸ, ਨੰਬਰਸ, ਸਿੰਬਲਸ ਐਕਸੈਟਰਾ। ਇਟ ਇਜ਼ ਆਲਸੋ ਕਾਲਡ ਅਬਸਟਰੈਕਟ ਮੋਡ। ਸੋ ਕਹਿੰਦੇ ਕਿ ਇਹਨੂੰ ਆਪਾਂ ਤਾਂ ਅਬਸਟਰੈਕਟ ਮੋਡ ਕਹਿੰਦੇ ਆ। ਅਗਰ ਤਿੰਨੇ ਮੋਡਸ ਦੀ ਆਪਾਂ ਬਰੀਫਲੀ ਗੱਲ ਕਰਨੀ ਹੋਏ ਤਾਂ ਆਪਾਂ ਸਮਝ ਸਕਦੇ ਹਾਂ, ਜਿਵੇਂ ਪਹਿਲਾ ਮੋਡ ਆ ਗਿਆ ਇਨਐਕਟਿਵ, ਦੂਜਾ ਆਈਕੋਨਿਕ ਐਂਡ ਤੀਜਾ ਸਿੰਬੋਲਿਕ। ਪਹਿਲੇ ਦੀ ਅਗਰ ਆਪਾਂ ਗੱਲ ਕਰ ਲਈਏ ਇਨਐਕਟਿਵ ਮੋਡ। ਇਨਐਕਟਿਵ ਮੋਡ ਜਿਹੜਾ ਬੇਸਡ ਔਨ ਕਿਹਦੇ ਤੇ ਹੁੰਦਾ? ਐਕਸ਼ਨ ਦੇ। ਆਈਕੋਨਿਕ ਕਿਹਦੇ ਬੇਸ ਹੁੰਦਾ? ਇਮੇਜ ਦੇ। ਐਂਡ ਸਿੰਬੋਲਿਕ ਕਿਹਦੇ ਹੁੰਦਾ? ਲੈਂਗੁਏਜ, ਨੰਬਰਸ ਜਾਂ ਸਾਇੰਸ। ਹੁਣ ਲਰਨਿੰਗ ਦੀ ਗੱਲ ਕਰ ਲਈਏ ਕਿ ਇਨਐਕਟਿਵ ਮੋਡ ਵਿੱਚ ਜਿਹੜਾ ਬੱਚਾ ਵਾ ਉਹ ਕਿੱਦਾਂ ਸਿੱਖਦਾ। ਲਰਨ ਉਹਦੀ ਕਿੱਦਾਂ ਲਰਨਿੰਗ ਹੁੰਦੀ ਹੈ? ਟੱਚ ਕਰਕੇ, ਫੀਲ ਕਰਕੇ, ਮੈਨੂਪਲੇਟ ਕਰਕੇ। ਸੋ ਕੀ ਹੈ, ਐਕਸਟਰਨਲੀ ਐਕਸ਼ਨ ਕਰਦਾ। ਐਂਡ ਆਈਕੋਨਿਕ ਦੀ ਗੱਲ ਕਰ ਲਈਏ, ਕੀ ਕਰਦਾ? ਇਮੇਜ ਇਨ ਮਾਈਂਡ। ਐਂਡ ਸਿੰਬੋਲਿਕ ਦੀ ਗੱਲ ਕਰ ਲਈਏ, ਯੂਜ਼ਿੰਗ ਵਰਡਸ ਐਂਡ ਸਿੰਬਲਸ। ਰੀਪ੍ਰੈਜ਼ੈਂਟ, ਪਤਾ ਹੀ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਰੀਪ੍ਰੈਜ਼ੈਂਟ ਆਊਟਰ ਹੋਏਗਾ, ਨੋਟ ਇਨ ਮਾਈਂਡ, ਕਿਉਂਕਿ ਉਹ ਐਕਸਟਰਨਲੀ ਐਕਸ਼ਨ ਕਰਦਾ। ਐਂਡ ਦੂਸਰੀ ਆਈਕੋਨਿਕ ਦੀ ਗੱਲ ਕਰ ਲਈਏ ਤਾਂ ਇਨ ਮਾਈਂਡ, ਕਿਉਂਕਿ ਹੁਣ ਉਹ ਮਾਈਂਡ ਦੇ ਵਿੱਚ ਇਮੇਜ ਬਣਾਉਣੀ ਸ਼ੁਰੂ ਕਰ ਦਿੰਦਾ। ਐਂਡ ਸਿੰਬੋਲਿਕ ਦੀ ਗੱਲ ਕਰ ਲਈਏ ਤਾਂ ਇਨ ਮਾਈਂਡ, ਕਿਉਂਕਿ ਉਹ ਵੀ ਅਬਸਟਰੈਕਟ ਟਰਮਸ ਵਿੱਚ ਮਾਈਂਡ ਦੇ ਵਿੱਚ ਹੀ ਇਨਰ ਆਪਣੀ ਨੌਲੇਜ ਜਿਹੜੀ ਆ ਕੰਸਟਰਕਟ ਕਰਨੀ ਸ਼ੁਰੂ ਕਰ ਦਿੰਦਾ। ਸੋ ਐਗਜ਼ਾਮਪਲ ਆਪਾਂ ਦੇਖ ਲਈਏ ਤਾਂ ਇਨਐਕਟਿਵ ਮੋਡ ਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਡਰਾਈਵਿੰਗ, ਕਿਉਂਕਿ ਐਕਸਟਰਨਲੀ ਐਕਸ਼ਨ ਆ। ਸਵੀਮਿੰਗ, ਲੇਸ਼ਜ਼, ਟਾਈਂਗ ਲੇਸ਼ਜ਼, ਜਾਂ ਪਲੇ ਵਿਦ ਟੋਏ, ਐਵਰੀਥਿੰਗ ਜੋ ਐਕਸਟਰਨਲੀ ਉਹ ਕਰ ਰਿਹਾ।
ਐਂਡ ਉਸ ਤੋਂ ਬਾਅਦ ਅਗਰ ਗੱਲ ਕਰ ਲਈ ਆਈਕੋਨਿਕ ਮੋਡ ਦੀ, ਡਰਾਇੰਗ, ਹੁਣ ਉਹ ਡਰਾਇੰਗ ਦੇਖ ਕੇ ਲਿਖ ਕਰ ਸਕਦਾ ਕਿਉਂਕਿ ਉਹਨੂੰ ਪਿਕਚਰਸ ਉਹਦੇ ਮਾਈਂਡ ਵਿੱਚ ਆ ਗਈਆਂ। ਉਸ ਤੋਂ ਬਾਅਦ ਰੀਕॉलिंग ਫੇਸ, ਹੁਣ ਉਹ ਫੇਸ ਵੀ ਰਿਕॉल ਕਰਨਾ ਸ਼ੁਰੂ ਕਰ ਦਿੰਦਾ। ਸੋ ਉਸ ਤੋਂ ਇਲਾਵਾ ਆਪਾਂ ਰੀਡਿੰਗ ਦੀ ਵੀ ਗੱਲ ਕਰ ਸਕਦੇ ਹਾਂ ਕਿ ਰੀਡਿੰਗ ਬੁੱਕ ਉਹ ਥੋੜ੍ਹੀ ਥੋੜ੍ਹੀ ਹੁਣ ਬੁੱਕ ਨੂੰ ਰੀਡ ਕਰਨਾ ਸ਼ੁਰੂ ਕਰ ਦਿੰਦਾ ਥਰੂ ਇਮੇਜਸ। ਉਸ ਤੋਂ ਬਾਅਦ ਆ ਗਿਆ ਥਰਡ ਵਾਲਾ ਸਿੰਬੋਲਿਕ ਮੋਡ। ਸਿੰਬੋਲਿਕ ਮੋਡ ਦੀ ਐਗਜ਼ਾਮਪਲ ਅਗਰ ਆਪਾਂ ਗੱਲ ਕਰ ਲਈਏ, ਡਿਸਕਸ਼ਨ, ਐਕਸਪਲੇਨਿੰਗ, ਟੈਲਿੰਗ, ਯੂਜ਼ ਸਿੰਬਲਸ, ਕਿ ਹੁਣ ਉਹ ਡਿਸਕਸ਼ਨ ਵੀ ਕਰ ਸਕਦਾ, ਐਕਸਪਲੇਨ ਵੀ ਕਰ ਸਕਦਾ, ਅਬਸਟਰੈਕਟ ਮੋਡ ਵਿੱਚ, ਅਬਸਟਰੈਕਟ ਆ ਹੁਣ ਉਹ। ਸੋ ਉਸ ਤੋਂ ਬਾਅਦ ਬਰੂਨਰ ਗੱਲ ਕਰਦੇ ਨੇ ਇੱਕ ਇੰਪੋਰਟੈਂਟ ਟਰਮ ਦੀ ਜਿਹਨੂੰ ਕੀ ਕਹਿੰਦੇ ਸਕੈਫੋਲਡਿੰਗ। ਸਕੈਫੋਲਡਿੰਗ ਦਾ ਕੀ ਮਤਲਬ ਹੁੰਦਾ? ਟੈਂਪਰੇਰਲੀ 100% ਸਪੋਰਟ ਐਂਡ ਰਿਡਿਊਸਡ ਐਟ ਦੀ ਐਂਡ ਫਸਟ 100% ਸਪੋਰਟ ਦੇਣੀ ਐਂਡ ਵਿਦ ਟਾਈਮ ਰਿਡਿਊਸ ਕਰਦੇ ਰਹਿਣਾ ਐਂਡ ਐਂਡ ਤੇ ਇੱਕਦਮ ਜ਼ੀਰੋ ਕਰ ਦੇਣੀ। ਕੀ ਕਹਿ ਸਕਦੇ ਹਾਂ ਆਪਾਂ? ਐਗਜ਼ਾਮਪਲ ਲੈ ਸਕਦੇ ਹਾਂ ਸਕੈਫੋਲਡਿੰਗ ਦੀ, ਜਿਵੇਂ ਇੱਕ ਬੱਚਾ ਵਾ ਜਦੋਂ ਸਾਈਕਲ ਚਲਾਉਣ ਦੀ ਜਾਚ ਸਿੱਖਦਾ ਹੈ, ਸੋ ਉਹਦੇ ਕੀ ਅਗਰ ਉਹਦੇ ਪੇਰੈਂਟਸ ਜਾਂ ਕੋਈ ਹੋਰ ਉਹਨੂੰ ਦਾ ਕੋਈ ਵੱਡਾ ਬ੍ਰਦਰ ਜਾਂ ਸਿਸਟਰ ਆ, ਉਹਨੂੰ ਅਗਰ ਜਾਚ ਸਿਖਾ ਰਹੇ ਨੇ, ਸਟਾਰਟਿੰਗ 'ਤੇ ਕੀ ਕਰੇਗਾ, ਉਹਨੂੰ ਸਾਈਕਲ ਨੂੰ ਪਿੱਛੋਂ ਚੰਗੀ ਤਰ੍ਹਾਂ ਫੜ ਕੇ ਰੱਖਣਗੇ, ਸੋ ਉਹਦੀ ਉਹਨੂੰ 100% ਸਪੋਰਟ ਦੇਣਗੇ। ਜਿੱਦਾਂ ਜਿੱਦਾਂ ਉਹ ਸਾਈਕਲ ਚਲਾਉਂਦੀ ਨੂੰ ਥੋੜ੍ਹੀ ਥੋੜ੍ਹੀ ਜਾਚ ਆਉਂਦੀ ਜਾਂਦੀ ਆ ਤਾਂ ਉਹ ਪਿੱਛੋਂ ਸਪੋਰਟ ਜਿਹੜੀ ਹੈ ਥੋੜ੍ਹੀ ਥੋੜ੍ਹੀ ਰਿਡਿਊਸ ਕਰੀ ਜਾਂਦੇ ਆ। ਸੋ ਜਦੋਂ ਉਹਨੂੰ ਚੰਗੀ ਤਰ੍ਹਾਂ ਉਹ ਐਕਸਪਰਟ ਹੋ ਗਿਆ ਸਾਈਕਲ ਵਿੱਚ ਤਾਂ ਉਹ ਜਿਹੜੀ ਉਹਦੀ ਹੈਲਪ ਆ ਉਹ ਇੱਕਦਮ ਰਿਡਿਊਸ ਕਰਕੇ ਜ਼ੀਰੋ ਕਰ ਦੇਣਗੇ। ਸੋ ਉਹ ਕੀ ਆ ਕਿ ਟੈਂਪਰੇਰਲੀ ਹੈਲਪ ਦੇਣੀ ਸਟਾਰਟਿੰਗ ਵਿੱਚ ਐਂਡ ਹੌਲੀ ਹੌਲੀ ਰਿਡਿਊਸ ਕਰਦੇ ਰਹਿਣਾ। ਸੋ ਕਹਿੰਦੇ ਨੇ ਸਕੈਫੋਲਡਿੰਗ ਇਜ਼ ਅ ਟੈਂਪਰੇਰਲੀ ਸਪੋਰਟ ਸਟਰਕਚਰ ਅਰਾਊਂਡ ਦੀ ਲਰਨਰ who attempts to understand new or difficult task to learn by social member। ਠੀਕ ਆ, ਉਹੀ ਗੱਲ ਕਹਿੰਦੇ ਕਿ ਟੈਂਪਰੋਲੀ ਸਪੋਰਟ ਸਟਰਕਚਰ ਹੁੰਦੀ ਆ ਲਰਨਰ ਦੇ ਅਰਾਊਂਡ ਜਦੋਂ ਕਿ ਉਹ ਕੋਈ ਵੀ ਨਿਊ ਡਿਫੀਕਲਟ ਟਾਸਕ ਕਰਨਾ ਸਿੱਖਦਾ। ਸੋ ਅੱਗੇ ਕਹਿੰਦੇ ਨੇ as the learner proceed in learning or doing task the help is reduced gradually at the last help support is totally withdrawn ਐਟ ਦੀ ਐਂਡ ਹੈਲਪ ਜਿਹੜੀ ਆ ਉਹ ਕੰਪਲੀਟਲੀ ਵਿਦਡਰਾਨ ਕਰ ਦਿੱਤੀ ਜਾਂਦੀ ਆ। ਸੋ ਕਹਿੰਦੇ ਕਿ ਲਰਨਰ ਜਿਹੜਾ ਵਾ ਡਿਪੈਂਡੈਂਸ ਤੋਂ ਇੰਟਰਡਿਪੈਂਡੈਂਸ ਵੱਲ ਵੱਧਦਾ। ਠੀਕ ਆ, ਇਸ ਤਰ੍ਹਾਂ ਟੀਚਰਸ ਵੀ ਕਲਾਸਰੂਮ 'ਚ ਕਰ ਸਕਦੇ ਆ, ਕੋਈ ਪਜ਼ਲ ਵਗੈਰਾ ਸੋਲਵ ਕਰਨ ਲਈ ਸਟਾਰਟਿੰਗ 'ਚ ਬੱਚੇ ਨੂੰ ਹਿੰਟ ਦੇ ਸਕਦੇ ਆ। ਹੌਲੀ ਹੌਲੀ ਜਦੋਂ ਐਕਸਪਰਟ ਹੋ ਜਾਂਦਾ ਪਜ਼ਲ ਸੋਲਵ ਕਰਨ ਵਿੱਚ ਤਾਂ ਉਹਦੀ ਹੈਲਪ ਹੌਲੀ ਹੌਲੀ ਰਿਡਿਊਸ ਕਰ ਸਕਦੇ ਆ। ਸੋ ਕਹਿੰਦੇ ਕਿ ਜਿਹੜਾ ਹੈਲਪ 'ਚ ਆਪਾਂ ਅਗਰ ਗੱਲ ਕਰ ਲਈਏ ਕਿ ਹੈਲਪ ਕੌਣ ਉਹਨੂੰ ਪ੍ਰੋਵਾਈਡ ਕਰ ਸਕਦਾ, ਸੋ ਉਹਦੇ ਲਈ ਵੀ ਇੱਕ ਟਰਮ ਵਾਈਗੋਸਕੀ ਗੱਲ ਕਰਦੇ ਆ ਉਹਦੇ ਲਈ ਕਿ MKO ਮੋਰ ਨੌਲੇਜੇਬਲ ਅਦਰ, ਮਤਲਬ ਕਿ ਉਹ ਪਰਸਨ ਨੂੰ ਜਿਹਨੂੰ ਉਹ ਜਾਚ ਸਿਖਾ ਰਿਹਾ ਜਾਂ ਜਿਹਦੀ ਉਹ ਹੈਲਪ ਕਰ ਰਿਹਾ ਉਹਦੇ ਨਾਲੋਂ ਜ਼ਿਆਦਾ ਨੌਲੇਜ ਹੋਏ ਉਸ ਫੀਲਡ ਵਿੱਚ। ਇਹ ਨਹੀਂ ਹੋ ਸਕਦਾ ਉਹਦੀ ਜਿਵੇਂ ਉਹ ਮੈਥਮੈਟਿਕਸ ਵਿੱਚ ਹੈਲਪ ਕਰ ਰਿਹਾ, ਹੋ ਸਕਦਾ ਉਹਦੀ ਇੰਗਲਿਸ਼ ਵੀਕ ਹੋਏ, ਬਟ ਜਿਹੜੇ ਫੀਲਡ ਵਿੱਚ ਉਹ ਹੈਲਪ ਕਰ ਰਿਹਾ ਉਹਦੇ ਵਿੱਚ ਉਹਦੀ ਨੌਲੇਜ ਉਸ ਤੋਂ ਜ਼ਿਆਦਾ ਹੋਵੇ। ਸੋ ਉਹਨੂੰ ਕਹਿੰਦੇ ਇਹ ਟਰਮ ਨੂੰ ਕਹਿੰਦੇ ਆ ਸਕੈਫੋਲਡਿੰਗ। ਸੋ ਉਸ ਤੋਂ ਬਾਅਦ ਗੱਲ ਕਰਦੇ ਨੇ ਬਰੂਨਰ ਸਪਾਇਰਲ ਕਰੀਕੂਲਮ। ਸਪਾਇਰਲ ਕਰੀਕੂਲਮ ਕੀ ਹੁੰਦਾ? ਸੋ ਕਹਿੰਦੇ ਈਜ਼ੀ ਟੂ ਕੰਪਲੈਕਸ, ਆਪਾਂ ਨੋਰਮਲੀ ਸਮਝ ਸਕਦੇ ਹਾਂ ਕਿ ਈਜ਼ੀ ਟੂ ਕੰਪਲੈਕਸ, ਕਿ ਕਰੀਕੂਲਮ ਨੂੰ ਇਸ ਵੇ ਨਾਲ ਅਰੇਂਜ ਕੀਤਾ ਜਾਵੇ ਕਿ ਪਹਿਲਾਂ ਉਹਨੂੰ ਈਜ਼ੀ ਚੀਜ਼ਾਂ ਦੱਸੀਆਂ ਜਾਣ, ਹੌਲੀ ਹੌਲੀ ਈਜ਼ੀ ਟੂ ਕੰਪਲੈਕਸ ਵੱਲ ਜਾਇਆ ਜਾਏ ਕਲਾਸ ਵਿੱਚ। ਮਤਲਬ ਆਪਾਂ ਸਮਝ ਸਕਦਾ ਕਿ ਇਨਐਕਟਿਵ ਮੋਡ ਤੋਂ ਸਿੰਬੋਲਿਕ ਮੋਡ ਵੱਲ, ਇਨਐਕਟਿਵ, ਆਈਕੋਨਿਕ ਐਂਡ ਦੈਨ ਸਿੰਬੋਲਿਕ ਮੋਡ। ਸੋ ਕੀ ਕਹਿੰਦੇ ਕਰੀਕੂਲਮ ਸ਼ੁੱਡ ਬੀ ਅਰੇਂਜ ਔਰਗਨਾਈਜ਼ਡ in spiral manner so that student continually builds upon what they have learned। ਕਹਿੰਦੇ ਕਿ ਪ੍ਰੀਵੀਅਸ ਨੌਲੇਜ ਦੇ ਬੇਸ ਤੇ ਨਿਊ ਨੌਲੇਜ ਉਹਨੂੰ ਸਿਖਾਉਣੀ ਚਾਹੀਦੀ। ਕਲਾਸਰੂਮ ਵਿੱਚ ਅਗਰ ਟੀਚਰ ਜਾ ਕੇ ਬੱਚੇ ਨੂੰ ਉਹਦੀ ਪ੍ਰੀਵੀਅਸ ਨੌਲੇਜ ਦੇ ਬੇਸ ਤੇ ਨਿਊ ਨੌਲੇਜ ਸਿਖਾਏਗਾ ਤਾਂ ਬੱਚਾ ਈਜ਼ਲੀ ਸਿੱਖ ਸਕੇਗਾ, ਕਿਉਂਕਿ ਜੋ ਉਹਦੇ ਮਾਈਂਡ ਵਿੱਚ ਨੌਲੇਜ ਆ, ਜੋ ਉਹਦੇ ਸਕੀਮਾਂ, ਜਿਵੇਂ ਪਿਆਜੇ ਕਹਿੰਦੇ ਸਾਨੂੰ ਸਕੀਮਾਂ ਇਸ ਟਰਮ ਨੂੰ, ਸੋ ਉਹਦੀ ਜਿਹੜੀ ਪ੍ਰੀਵੀਅਸ ਨੌਲੇਜ ਆ ਉਹਦੇ ਬੇਸ 'ਤੇ ਉਹਨੂੰ ਨਿਊ ਨੌਲੇਜ ਸਿਖਾਈ ਜਾਏ, ਉਹਨੂੰ ਆਪਾਂ ਕਹਿੰਦੇ ਹਾਂ ਕਿ ਸਪਾਇਰਲ ਕਰੀਕੂਲਮ। ਸੋ ਅਗਰ ਆਪਾਂ ਮੀਨਿੰਗ ਦੀ ਗੱਲ ਕਰ ਲਈ ਸਪਾਇਰਲ ਕਰੀਕੂਲਮ ਦਾ, ਸਪਾਇਰਲ ਕਰੀਕੂਲਮ ਰੈਫਰਸ ਟੂ ਦੀ ਆਈਡੀਆ ਆਫ ਰਿਵਾਈਜ਼ਿੰਗ ਬੇਸਿਕ ਆਈਡੀਆ ਓਵਰ ਐਂਡ ਓਵਰ
building upon them and elaborating to level of full understanding and mastery। ਸੋ ਕਹਿੰਦੇ ਨੇ ਕਿ ਉਹ ਆਈਡੀਆ ਕਿ ਜਿਹੜੀ ਬੇਸਿਕ ਆਈਡੀਆ ਨੂੰ ਰਿਵਾਈਜ਼ ਕਰਾਉਣਾ ਐਂਡ ਉਹਦੇ ਉੱਪਰ ਕੋਈ ਨਵੀਂ ਨੌਲੇਜ ਜਿਹੜੀ ਬਿਲਡ ਕਰਨੀ ਐਂਡ ਉਹਨੂੰ ਇਲੈਬੋਰੇਟ ਕਰਨਾ ਨੈਕਸਟ ਲੈਵਲ ਤੱਕ। ਫਿਰ ਇਹ ਕਹਿੰਦੇ ਨੇ ਕਿ ਅਗਰ ਆਪਾਂ ਬਰੂਨਰ ਕਹਿੰਦੇ ਨੇ ਕਿ ਅਗਰ ਆਪਾਂ ਸਪਾਇਰਲ ਕਰਿਕੂਲਮ ਦੇ ਥਰੂ ਅਗਰ ਆਪਾਂ ਕਿਸੇ ਬੱਚੇ ਨੂੰ ਜਾਂ ਕਿਸੇ ਇੰਡੀਵਿਜੂਅਲ ਨੂੰ ਕੋਈ ਵੀ ਨੌਲੇਜ ਆਪਾਂ ਦਿੰਦੇ ਹਾਂ ਤਾਂ ਉਹ ਈਜ਼ੀਲੀ ਸਿੱਖ ਜਾਵੇਗਾ ਈਜ਼ੀ ਟੂ ਕੰਪਲੈਕਸ ਵੇ ਨਾਲ। ਐਗਜ਼ਾਮਪਲ ਆਪਾਂ ਦੇਖ ਸਕਦੇ ਜਿਵੇਂ ਇੱਕ ਬੇਬੀ ਹੁੰਦਾ, ਜਿਵੇਂ ਉਹ ਸਟਾਰਟਿੰਗ 'ਚ ਇੱਕ ਬਕਟ ਨਾਲ ਖੇਡ ਰਿਹਾ ਜਿਹਦੇ ਵਿੱਚ ਕੁਛ ਵਾਟਰ ਆ। ਸੋ ਸਟਾਰਟਿੰਗ 'ਚ ਉਹ ਕੀ ਐਕਸਟਰਨਲੀ ਐਕਸ਼ਨ ਹੀ ਕਰੇਗਾ ਇਨਐਕਟਿਵ ਮੋਡ ਵਿੱਚ, ਉਹਨੂੰ ਉਸ ਟਾਈਮ ਕੁਛ ਜ਼ਿਆਦਾ ਨੌਲੇਜ ਨਹੀਂ ਆ ਉਹਦੇ ਬਾਰੇ। ਬਟ ਜਦੋਂ ਉਹ ਪ੍ਰੀ ਸਕੂਲ ਵਿੱਚ ਜਾਂਦਾ ਸੋ ਉਹਨੂੰ ਉਹ ਉਸੇ ਬਕਟ ਨਾਲ ਉਹਨੂੰ ਦਿਖਾ ਕੇ ਅਤੇ ਉਹਨੂੰ ਸਮਝਾ ਸਕਦੇ ਹਾਂ ਆਪਾਂ ਕਿ ਜਿਵੇਂ ਵੋਕੈਬਲਰੀ ਬੇਸਿਕ ਵੋਕੈਬਲਰੀ ਦੱਸ ਸਕਦੇ ਹਾਂ ਕਿ ਇਹ ਜਿਹਦੇ ਨਾਲ ਖੇਡ ਰਿਹਾ ਇਹਨੂੰ ਬਕਟ ਬੋਲਦੇ ਆ, ਵਾਟਰ ਜਿਹੜਾ ਵਾ ਲੈਸ ਜਾਂ ਮੋਰ ਆ। ਸੋ ਇੱਦਾਂ ਦੀਆਂ ਥੋੜ੍ਹੀਆਂ ਟਰਮਸ ਉਹਨੂੰ ਸਿਖਾ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਜੂਨੀਅਰ ਸਕੂਲ ਵਿੱਚ ਜਾਏਗਾ ਹੁਣ ਉਹਨੂੰ ਇੰਟਰੋਡਿਊਸ ਕਰਾਂਗੇ ਹੋਰ ਕੰਪਲੈਕਸ ਟਰਮਸ ਜਿਵੇਂ ਵੋਲੀਅਮ ਐਂਡ ਕੰਜ਼ਰਵੇਸ਼ਨ। ਮਤਲਬ ਪਹਿਲਾਂ ਤਾਂ ਆਪਾਂ ਨੂੰ ਦੱਸ ਦਿੱਤਾ ਕਿ ਇਹ ਵਾਟਰ ਹੈ, ਲੈਸ ਆ, ਮੋੜ ਆ, ਹੁਣ ਉਹਨੂੰ ਦੱਸ ਦਾਂਗੇ ਵੋਲੀਅਮ ਬਾਰੇ। ਫਿਰ ਜਦੋਂ ਸੈਕੰਡਰੀ ਸਕੂਲ ਵਿੱਚ ਜਾਏਗਾ ਹੁਣ ਅਬਸਟਰੈਕਟ ਮੋਡ ਵਿੱਚ ਹੁਣ ਚਲਾ ਗਿਆ। ਸੋ ਉਹਨੂੰ ਹੁਣ ਦੱਸਣੀਆਂ ਚੀਜ਼ਾਂ ਜਿਵੇਂ ਕੁਛ ਨੌਲੇਜ ਪ੍ਰੋਵਾਈਡ ਕਰਾਉਣੀ, ਜਿਵੇਂ ਵੋਲੀਅਮ ਦਾ ਫਾਰਮੂਲਾ ਉਹਨੂੰ ਪੁੱਛ ਲੈਣਾ ਜਾਂ ਕਰਵਾ ਦੇਣਾ। ਸੋ ਉਹਨੂੰ ਉਹਦੇ ਬਾਰੇ ਅੰਡਰਸਟੈਂਡਿੰਗ ਕਰਾਉਣੀ। ਸੋ ਇਹਨੂੰ ਮੇਨ ਗੱਲ ਕਰਦੇ ਨੇ ਬਰੂਨਰ ਸਪਾਇਰਲ ਕਰਿਕੂਲਮ 'ਚ ਇਹੀ ਕਿ ਈਜ਼ੀ ਟੂ ਕੰਪਲੈਕਸ ਵੇ ਨਾਲ ਜਾਣਾ। ਅੱਗੇ ਬਰੂਨਰ ਗੱਲ ਕਰਦੇ ਨੇ ਟਰਾਂਸਫਰ ਆਫ ਲਰਨਿੰਗ ਦੀ। ਟਰਾਂਸਫਰ ਆਫ ਲਰਨਿੰਗ ਮੀਨਸ ਨੌਲੇਜ ਨੂੰ ਜਾਂ ਲਰਨਿੰਗ ਨੂੰ ਟਰਾਂਸਫਰ ਕਰਨਾ। ਟਰਾਂਸਫਰ ਆਫ ਲਰਨਿੰਗ ਇਜ਼ ਅ ਪ੍ਰੋਸੈਸ ਵੈਨ ਪ੍ਰੀਵੀਅਸ ਲਰਨਿੰਗ ਫੈਸਿਲੀਟੇਟ ਔਰ ਇੰਟਰਫੇਅਰ ਇਨ ਫਿਊਚਰ ਲਰਨਿੰਗ ਔਰ ਪ੍ਰੋਬਲਮ ਸੋਲਵਿੰਗ। ਟਰਾਂਸਫਰ ਆਫ ਲਰਨਿੰਗ ਨੂੰ ਆਪਾਂ ਇੱਦਾਂ ਸਮਝ ਸਕਦੇ ਹਾਂ, ਅਗਰ ਕਿਸੇ ਬੱਚੇ ਨੇ ਕਲਾਸ ਵਿੱਚ ਕੋਈ ਐਡਿੰਗ ਜਾਂ ਸਬਸਟਰੈਕਸ਼ਨ ਸਿੱਖੀ ਹੋਈ ਆ, ਸੋ ਜਾ ਕੇ ਦੁਕਾਨ 'ਤੇ ਕੋਈ ਚੀਜ਼ ਪਰਚੇਜ਼ ਕਰਦਾ, ਸੋ ਉੱਥੇ ਕੀ ਆਪਣੀ ਐਡਿੰਗ ਜਾਂ ਸਬਸਟਰੈਕਸ਼ਨ ਜਾਂ ਮਲਟੀਪਲੀਕੇਸ਼ਨ ਉਹ ਉੱਥੇ ਯੂਜ਼ ਕਰ ਸਕੇਗਾ। ਸੋ ਉਹ ਕੀ ਆ, ਉਹਨੇ ਨੌਲੇਜ ਆਪਣੀ ਜਿਹੜੀ ਕਲਾਸਰੂਮ ਵਿੱਚ ਲਈ ਸੀ ਉਹ ਜਾ ਕੇ ਉਹਨੇ ਬਾਹਰ ਟਰਾਂਸਫਰ ਉੱਥੇ ਹੋਈ ਅਤੇ ਉਹਨੇ ਉੱਥੇ ਜਾ ਕੇ ਯੂਜ਼ ਕੀਤੀ। ਸੋ ਇਹਨਾਂ ਨੇ ਇੱਥੇ ਕਹਿੰਦੇ ਨੇ ਕਿ ਇਹ ਫੈਸਿਲੀਟੇਟ ਵੀ ਕਰ ਸਕਦਾ ਅਤੇ ਇੰਟਰਫੇਅਰ ਵੀ ਕਰ ਸਕਦੀ ਸਾਡੀ ਨੌਲੇਜ। ਕਿ ਜਿਵੇਂ ਇੰਟਰਫੇਅਰ ਦੀ ਅਗਰ ਆਪਾਂ ਐਗਜ਼ਾਮਪਲ ਲੈ ਲਈਏ, ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਇੰਡੀਆ ਵਿੱਚ ਜਿਵੇਂ ਆਪਾਂ ਬੱਸ ਵਗੈਰਾ ਜਿਹੜੀ ਹੈ ਉਹ ਰਾਈਟ ਹੈਂਡ ਸਾਈਡ ਤੋਂ ਡਰਾਈਵ ਕਰੀਦੀ ਆ। ਸੋ ਅਗਰ ਕਿਸੇ ਨੇ ਇੰਡੀਆ ਵਿੱਚ ਬੱਸ ਨੂੰ ਡਰਾਈਵ ਕਰਨ ਦੀ ਜਾਚ ਸਿੱਖੀ ਆ, ਸੋ ਕਿਤੇ ਫੋਰਨ ਜਾ ਕੇ ਅਮੈਰੀਕਾ ਦੀ ਜਾਂ ਕਿਸੇ ਹੋਰ ਕੰਟਰੀ 'ਚ ਜਿੱਥੇ ਕਿ ਬੱਸ ਨੂੰ ਮੇਨਲੀ ਲੈਫਟ ਸਾਈਡ 'ਤੇ ਡਰਾਈਵ ਕਰਦੇ ਆ, ਸੋ ਉੱਥੇ ਕੀ ਉਹਦੀ ਉਹ ਇੰਟਰਫੇਅਰ ਕਰੇਗੀ ਕਿਉਂਕਿ ਉਹਨੇ ਰਾਈਟ ਹੈਂਡ ਸਾਈਡ 'ਤੇ ਬੈਠ ਕੇ ਬੱਸ ਚਲਾਉਣ ਦੀ ਜਾਚ ਸਿੱਖੀ ਹੈ। ਜਦੋਂ ਉਹਨੂੰ ਉੱਥੇ ਲੈਫਟ ਹੈਂਡ ਸਾਈਡ 'ਤੇ ਜਾ ਕੇ ਚਲਾਉਣੀ ਪਏਗੀ ਤਾਂ ਉਹਦੇ ਲਈ ਮੁਸ਼ਕਿਲ ਆਏਗੀ, ਉਹ ਕਿ ਉਹਦੀ ਟਰਾਂਸਫਰ ਆਫ ਲਰਨਿੰਗ ਇੰਟਰਫੇਰੈਂਸ ਹੋਏਗੀ। ਮੀਨਸ ਕਿ ਟਰਾਂਸਫਰ ਆਫ ਲਰਨਿੰਗ ਪੋਜ਼ੀਟਿਵ ਵੀ ਹੋ ਸਕਦੀ ਹੈ ਅਤੇ ਨੈਗੇਟਿਵ ਵੀ ਹੋ ਸਕਦੀ ਆ। ਸੋ ਬਰੂਨਰ ਇਹੀ ਮੇਨ ਗੱਲ ਕਰਦੇ। ਉਸ ਤੋਂ ਕੀ ਬਰੂਨਰ ਰੈਡੀਨੈਸ ਆਫ ਲਰਨਿੰਗ ਦੀ ਵੀ ਗੱਲ ਕਰਦੇ ਆ। ਰੈਡੀਨੈਸ ਆਫ ਲਰਨਿੰਗ ਮਤਲਬ ਪਿਆਜੇ ਜਿਹੜੇ ਨੇ ਉਹ ਗੱਲ ਕਰਦੇ ਸਨ ਬਾਇਓਲੋਜੀਕਲ ਮੈਚਿਓਰੇਸ਼ਨ ਦੀ। ਪਿਆਜੇ ਕਹਿੰਦੇ ਸਨ ਕਿ ਕੋਈ ਵੀ ਬੱਚਾ ਉਦੋਂ ਤੱਕ ਨੌਲੇਜ ਨਹੀਂ ਲੈ ਸਕਦਾ ਜਦੋਂ ਤੱਕ ਉਹ ਬਾਇਓਲੋਜੀਕਲ ਮੈਚਿਓਰ ਨਹੀਂ ਹੋਏਗਾ, ਮਤਲਬ ਉਹ ਏਜ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਸਨ। ਬਟ ਬਰੂਨਰ ਕਹਿੰਦੇ ਨੇ ਕਿ ਬੱਚਾ ਜਿਹੜਾ ਵਾ ਸਿੱਖਣ ਲਈ ਜਦੋਂ ਰੈਡੀ ਹੋਵੇਗਾ ਤਾਂ ਉਸਨੂੰ ਕਿਸੇ ਵੀ ਏਜ ਵਿੱਚ ਆਪਾਂ ਸਿਖਾ ਸਕਦੇ ਹਾਂ, ਬਸ ਐਪਰੋਪਰਾਈਟ ਮੋਡ ਦੇ ਵਿੱਚ। ਜਿਵੇਂ ਇੱਕ ਬੱਚਾ ਵਾ ਉਹ ਆਈਕੋਨਿਕ ਮੋਡ ਵਿੱਚ ਸਿੱਖ ਸਕਦਾ, ਮਤਲਬ ਉਹ ਇਮੇਜਸ ਦੇ ਥਰੂ ਸਿੱਖ ਸਕਦਾ। ਸੋ ਉਹਨੂੰ ਉਸ ਟਾਈਮ 'ਤੇ ਅਗਰ ਆਪਾਂ ਸਿੰਬੋਲਿਕ ਮੋਡ ਦੇ ਥਰੂ ਸਿਖਾਵਾਂਗੇ ਤਾਂ ਉਹਦੇ ਲਈ ਉਹ ਨਹੀਂ ਸਿੱਖ ਸਕੇਗਾ। ਸੋ ਬਰੂਨਰ ਜਿਹੜੇ ਆ ਉਹ ਏਜ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ। ਬਰੂਨਰ ਬੋਲਦੇ ਆ ਕਿ ਰੈਡੀ ਹੋਣਾ ਚਾਹੀਦਾ ਬੱਚਾ। ਕਹਿੰਦੇ ਨੇ ਐਨੀ ਸਬਜੈਕਟ ਕੈਨ ਬੀ ਟੌਟ to anybody at any stage in some form that is honest। ਸੋ ਬਰੂਨਰ ਕਹਿੰਦੇ ਨੇ ਕਿ ਕਿਸੇ ਵੀ ਏਜ ਵਿੱਚ ਤੁਸੀਂ ਕਿਸੇ ਵੀ ਬੱਚੇ ਨੂੰ ਕੋਈ ਵੀ ਚੀਜ਼ ਸਿਖਾ ਸਕਦੇ ਹੋ, ਬਸ ਓਨੈਸਟ ਵੇ ਨਾਲ, ਮਤਲਬ ਕਿ ਓਨੈਸਟ ਤੁਹਾਡਾ ਮੋਡ ਹੋਣਾ ਚਾਹੀਦਾ। ਉਸ ਤੋਂ ਬਾਅਦ ਬਰੂਨਰ ਰੋਲ ਆਫ ਲੈਂਗੁਏਜ ਦੀ ਵੀ ਗੱਲ ਕਰਦੇ, ਜਿਵੇਂ ਆਪਾਂ ਸਿੰਬੋਲਿਕ ਮੋਡ ਪੜ੍ਹ ਚੁੱਕੇ ਹਾਂ। ਰੋਲ ਆਫ ਮੋਟੀਵੇਸ਼ਨ ਦੀ ਗੱਲ ਕਰਦੇ ਆ। ਸੋ ਬਰੂਨਰ ਨੇ ਮੇਨ ਇਹੀ ਜਿਹੜੇ ਬੇਸਿਕ ਟਰਮਸ ਆਪਣੀ ਥਿਊਰੀ ਵਿੱਚ ਯੂਜ਼ ਕੀਤੀਆਂ। ਅਗਰ ਆਪਾਂ ਬਰੀਫਲੀ ਸਮਝ ਲਈਏ ਤਾਂ ਉਹਨਾਂ ਨੇ 3 ਮੋਡਸ ਆਫ ਰਿਪ੍ਰੈਜ਼ੈਂਟੇਸ਼ਨ ਦੀ ਗੱਲ ਕੀਤੀ। ਆਈਕੋਨਿਕ,
ਸੌਰੀ ਇਨਐਕਟਿਵ, ਆਈਕੋਨਿਕ ਐਂਡ ਦੈਨ ਸਿੰਬੋਲਿਕ। ਇਨਐਕਟਿਵ ਮੋਡ ਵਿੱਚ ਕੀ ਬੱਚਾ ਬਰਥ ਤੋਂ ਲੈ ਕੇ 2 ਈਅਰਸ ਤੱਕ ਆਪਣੇ ਐਕਸ਼ਨਸ ਦੇ ਥਰੂ ਸਿੱਖਦਾ ਇਨਐਕਟਿਵ ਮੋਡ ਵਿੱਚ। ਫਿਰ ਅੱਗੇ ਆ ਗਿਆ ਆਈਕੋਨਿਕ ਮੋਡ। ਆਈਕੋਨਿਕ ਮੋਡ ਵਿੱਚ ਬੱਚਾ ਜਿਹੜਾ ਵਾ 2 ਈਅਰਸ ਤੋਂ ਲੈ ਕੇ 6 ਈਅਰਸ ਤੱਕ ਇਮੇਜਸ ਦੇ ਥਰੂ ਸਿੱਖਦਾ। ਫਿਰ ਅੱਗੇ 7 ਈਅਰਸ ਤੋਂ ਲੈ ਕੇ ਅਬਵ ਏਜ ਵਿੱਚ ਆ ਜਾਂਦਾ ਬੱਚਾ ਸਿੰਬੋਲਿਕ ਮੋਡ ਵਿੱਚ, ਜਿੱਥੇ ਕਿ ਉਹ ਅਬਸਟਰੈਕਟ ਟਰਮਸ ਵਿੱਚ ਹੁਣ ਸਿੱਖਣਾ ਸ਼ੁਰੂ ਕਰ ਦਿੰਦਾ। ਸੋ ਬਰੂਨਰ ਨੇ ਮੇਨ ਇਹ ਗੱਲ ਕੀਤੀ, ਉਸ ਤੋਂ ਬਾਅਦ ਸਕੈਫੋਲਡਿੰਗ, ਸਪਾਇਰਲ ਕਰਿਕੂਲਮ ਦੀ ਗੱਲ ਕੀਤੀ। ਸੋ ਬਰੂਨਰ ਨੇ ਆਪਣੀ ਥਿਊਰੀ ਵਿੱਚ ਮੇਨ ਇਹੀ ਇਹਨਾਂ ਹੀ ਟਰਮਸ ਨੂੰ ਇੰਪੋਰਟੈਂਸ ਦਿੱਤੀ ਆ। ਸੋ ਥੈਂਕ ਯੂ।